ਵੀਡੀਓ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਡੇ ਦੂਸਰੇ ਚੈਪਟਰ ਦੀ ਸ਼ੁਰੂਆਤ ਕਰਾਂਗੇ HTML ਫੰਡਾਮੈਂਟਲਸ। ਇਸ ਦੇ ਵਿੱਚ ਅਸੀਂ HTML ਕੀ ਹੈ, ਇਹ ਕਿਸ ਲਈ ਵਰਤੀ ਜਾਂਦੀ ਹੈ ਅਤੇ ਇਸ ਦੀ ਸ਼ੁਰੂਆਤ ਕਿਵੇਂ ਹੋਈ ਸੀ, ਇਸ ਬਾਰੇ ਪੜਾਂਗੇ। ਜਾਣ ਪਛਾਣ ਕਿਸੇ ਖਾਸ ਖੇਤਰ ਲਈ ਢੁਕਵੀਂ ਜਾਣਕਾਰੀ ਲੱਭਣ ਲਈ ਇੰਟਰਨੈਟ ਤੇਜ਼ੀ ਨਾਲ ਮਹੱਤਵਪੂਰਨ ਸਰੋਤ ਬਣਦਾ ਜਾ ਰਿਹਾ ਹੈ। ਜਿਵੇਂ ਹੋਰ ਭਾਸ਼ਾ ਦੇ ਵਿੱਚ ਕਹਾਂ, ਇੰਟਰਨੈਟ ਆਪਣੀ ਇੱਕ ਨੈਸੈਸਿਟੀ ਬਣ ਗਿਆ ਹੈ ਸੰਚਾਰ ਦੇ ਲਈ, ਕੋਈ ਚੀਜ਼ ਲੱਭਣ ਦੇ ਲਈ। ਅੱਜ ਕੱਲ੍ਹ ਕੁਝ ਖਰੀਦਣ ਦੇ ਲਈ ਵੀ ਇੰਟਰਨੈਟ ਦੀ ਵਰਤੋਂ ਕੀਤੀ ਜਾਂਦੀ ਹੈ। ਸੌਖੇ ਸ਼ਬਦਾਂ ਵਿੱਚ ਇਹ ਸੰਸਾਰ ਭਰ ਵਿੱਚ ਲੱਖਾਂ ਲੋਕਾਂ ਨੂੰ ਜੋੜਨ ਦਾ ਇੱਕ ਤਰੀਕਾ ਹੈ, ਜੋ ਕਿ ISP ਦੇ ਜ਼ਰੀਏ ਇੱਕ ਛੋਟੇ ਨੈਟਵਰਕ ਨਾਲ ਜੁੜੇ ਕੰਪਿਊਟਰ, ਸਮਾਰਟਫੋਨ, ਟੈਬ ਆਦਿ ਦੀ ਵਰਤੋਂ ਕਰ ਰਿਹਾ ਹੈ। ਕੋਈ ਵੀ ਇੰਟਰਨੈਟ ਜਾਂ ਵਰਲਡ ਵਾਈਡ ਵੈਬ ਨੂੰ ਕੰਟਰੋਲ ਨਹੀਂ ਕਰਦਾ। ਹਾਲਾਂਕਿ ਲੱਖਾਂ ਵਿਅਕਤੀਆਂ ਅਤੇ ਸੰਗਠਨ ਆਪਣਾ ਪਰਸਨਲ ਨੈਟਵਰਕ ਕੰਟਰੋਲ ਕਰਦੇ ਹਨ। ਇਸ ਨੈਟਵਰਕ ਦੀ ਨਿਰੰਤਰ ਕਾਰਜਸ਼ੀਲਤਾ ਲਈ ਕੁਝ ਟਾਸਕ ਫੋਰਸਾਂ ਨੂੰ ਸੰਗਠਿਤ ਕੀਤਾ ਗਿਆ ਹੈ। www ਲੱਖਾਂ ਵੈਬ ਪੇਜਾਂ ਤੋਂ ਬਣਿਆ ਹੈ, ਜਿਸ ਵਿੱਚ ਟੈਕਸਟ, ਵੈਰੀ ਇੰਪੋਰਟੈਂਟ, ਟੈਕਸਟ ਵੀ ਹੁੰਦਾ ਹੈ ਲਿਖਿਆ ਹੋਇਆ, ਗ੍ਰਾਫਿਕਸ, ਪਿਕਚਰਸ, ਵੀਡੀਓਜ਼, ਆਵਾਜ਼ਾਂ ਅਤੇ ਹੋਰ ਵੈਬ ਪੇਜਾਂ ਲਈ ਲਿੰਕ ਸ਼ਾਮਲ ਹੁੰਦੇ ਹਨ। ਕੀ ਤੁਸੀਂ ਸੋਚ ਸਕਦੇ ਹੋ ਕਿ ਵੈਬ ਪੇਜਾਂ ਨੂੰ ਲਿਖਣ ਵਿੱਚ ਕਿਹੜੀਆਂ ਬੁਨਿਆਦੀ ਟੈਕਨੋਲੋਜੀ ਯੂਜ਼ ਹੁੰਦੀ ਹੈ? ਵੈਬ ਪੇਜ ਨੂੰ ਡਿਜ਼ਾਈਨ ਕਰਨ ਲਈ ਬੇਸਿਕ ਅਤੇ ਆਮ ਤੌਰ ਤੇ ਵਰਤੀ ਜਾਣ ਵਾਲੀ ਭਾਸ਼ਾ HTML ਹੈ। ਤੁਸੀਂ ਜੋ ਵੀ ਇੰਟਰਨੈਟ ਪੇਜ ਖੋਲਦੇ ਹੋ, ਬੇਸ਼ੱਕ ਤੁਸੀਂ ਆਪਦੇ ਸਮਾਰਟਫੋਨ ਤੇ, ਬੇਸ਼ੱਕ ਕਿਸੇ ਕੰਪਿਊਟਰ ਤੇ, ਜਿਹੜੀ ਬੇਸਿਕ ਭਾਸ਼ਾ ਦੇ ਵਿੱਚ ਉਹ ਲਿਖਿਆ ਜਾਂਦਾ ਹੈ ਉਸ ਨੂੰ HTML ਕਹਿੰਦੇ ਹਨ। ਇਸ ਅਧਿਆਇ ਵਿੱਚ ਅਸੀਂ HTML ਦੇ ਬੁਨਿਆਦੀ ਢਾਂਚੇ ਬਾਰੇ ਚਰਚਾ ਕਰਾਂਗੇ। ਸਭ ਤੋਂ ਪਹਿਲਾਂ HTML ਦਾ ਇਤਿਹਾਸ। 1980 ਦੇ ਸ਼ੁਰੂ ਵਿੱਚ SGML ਸਟੈਂਡਰਡ ਜਨਰਲਾਈਜ਼ਡ ਮਾਰਕਅਪ ਲੈਂਗੁਏਜ ਤਿਆਰ ਕੀਤੀ ਗਈ ਸੀ, ਜੋ ਕਿ 1960 ਦੇ ਸ਼ੁਰੂ ਵਿੱਚ ਡਿਜ਼ਾਈਨ ਕੀਤੀ ਗਈ ਭਾਸ਼ਾ GML ਦਾ ਵਿਸਥਾਰ ਸੀ। ਜਨਰਲ ਮਤਲਬ ਜਨਰਲ ਮਾਰਕਅਪ ਲੈਂਗੁਏਜ, ਸਿੰਪਲ ਲੈਂਗੁਏਜ ਟੂ ਟਾਕ ਟੂ ਕੰਪਿਊਟਰਸ, ਕੰਪਿਊਟਰ ਨਾਲ ਗੱਲ ਕਰਨ ਦੇ ਲਈ ਜਾਂ ਇੱਕ ਦੂਜੇ ਨਾਲ ਲਿੰਕ ਬਣਾਉਣ ਦੇ ਲਈ। ਅਸਲ ਵਿੱਚ ਸਰਕਾਰ, ਕਾਨੂੰਨ ਅਤੇ ਉਦਯੋਗ ਨਾਲ ਜੁੜੇ ਵੱਡੇ ਡਾਕੂਮੈਂਟ ਸਾਂਝੇ ਕਰਨ ਲਈ ਤਿਆਰ ਕੀਤਾ ਗਿਆ ਸੀ। CERN ਵੱਲੋਂ ਇਸ ਨੂੰ ਹੋਰ ਇਵੋਲਵ ਕੀਤਾ ਗਿਆ, ਹੋਰ ਵਧੀਆ ਬਣਾਇਆ ਗਿਆ, ਜਿਸ ਨੂੰ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ ਦਾ ਨੇਮ ਦਿੱਤਾ ਗਿਆ, ਜੋ ਕਿ ਅੱਜ ਵੀ ਚੱਲ ਰਹੀ ਹੈ। HTML ਦਾ ਭਾਵ ਹੈ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ। ਇਸ ਦੀ ਫੁੱਲ ਫਾਰਮ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ ਹੈ। HTML ਇੱਕ ਅਜਿਹੀ ਭਾਸ਼ਾ ਹੈ ਜੋ ਵੈਬ ਦੀ ਡਿਜ਼ਾਈਨਿੰਗ ਕਰਨ ਲਈ ਵਰਤੀ ਜਾਂਦੀ ਹੈ, ਜਿਸ ਵਿੱਚ ਟੈਕਸਟ, ਗ੍ਰਾਫਿਕਸ ਅਤੇ ਹੋਰ ਜਾਣਕਾਰੀ ਇਕੱਠੀ ਹੁੰਦੀ ਹੈ। ਇਹ ਮਾਰਕਅਪ ਭਾਸ਼ਾ ਮਾਰਕਅਪ ਟੈਗਸ ਦਾ ਸੈੱਟ ਹੁੰਦੀ ਹੈ। ਟੈਗਸ ਕੀ ਹੁੰਦੇ ਹਨ? ਟੈਗ ਹੁੰਦਾ ਹੈ ਜਦੋਂ ਤੁਸੀਂ ਕਿਸੇ ਚੀਜ਼ ਤੇ ਨਿਸ਼ਾਨੀ ਲਾ ਦਿੰਦੇ ਹੋ। ਇਹ ਵੀ ਇੱਕ ਅਲੱਗ ਛੋਟੇ ਟੈਗਸ ਦੀ ਮਦਦ ਨਾਲ ਟੈਕਸਟ ਦੇ ਉੱਤੇ, ਫੋਟੋ ਦੇ ਉੱਤੇ ਛੋਟੇ ਟੈਗ ਲੱਗ ਜਾਂਦੇ ਹਨ। ਉਸ ਦੁਆਰਾ ਉਸ ਨੂੰ ਖਾਸ ਤੌਰ ਤੇ ਕੋਈ ਡਿਜ਼ਾਈਨ, ਕੋਈ ਇਫੈਕਟ ਦੇਣਾ ਹੈ, ਉਸ ਨਾਲ ਦਿੱਤਾ ਜਾਂਦਾ ਹੈ। ਇਸੇ ਕਰਕੇ ਇੰਟਰਨੈਟ ਦੇ ਪੇਜਸ ਕਈ ਵਾਰ ਤੁਸੀਂ ਕਲਿੱਕ ਕਰ ਸਕਦੇ ਹੋ, ਤੁਸੀਂ ਉਹਨਾਂ ਗ੍ਰਾਫਿਕਸ ਦੇ ਉੱਤੇ ਕਰਸਰ ਲੈ ਕੇ ਜਾਂਦੇ ਹੋ ਤਾਂ ਹੋਰ ਕਲਰ ਚੇਂਜ ਹੋ ਜਾਂਦਾ ਹੈ ਜਾਂ ਉਹ ਤੁਹਾਨੂੰ ਲਿੰਕ ਕਿਤੇ ਹੋਰ ਲੈ ਜਾਂਦਾ ਹੈ। HTML ਡਾਕੂਮੈਂਟ ਦਾ ਬੇਸਿਕ ਢਾਂਚਾ। ਇੱਕ ਡਾਕੂਮੈਂਟ ਵਿੱਚ ਦੋ ਮੁੱਖ ਭਾਗ ਹੁੰਦੇ ਹਨ, ਵੈਰੀ ਇੰਪੋਰਟੈਂਟ, ਹੈਡ ਐਂਡ ਬੋਡੀ। ਹੈਡ ਭਾਗ ਵਿੱਚ ਟਾਈਟਲ ਹੁੰਦਾ ਹੈ, ਜੋ ਕਿ HTML ਡਾਕੂਮੈਂਟ ਦੇ ਸਿਰਲੇਖ ਦੀ ਪਛਾਣ ਕਰਦਾ ਹੈ। ਮਤਲਬ ਤੁਹਾਡਾ ਡਾਕੂਮੈਂਟ ਦਾ ਸਿਰਲੇਖ ਕੀ ਹੈ, ਜਦੋਂ ਅਸੀਂ ਪੇਜ ਖੋਲਦੇ ਹਾਂ ਉੱਤੇ ਕੀ ਲਿਖਿਆ ਆਉਣਾ ਚਾਹੀਦਾ ਹੈ, ਟਾਈਟਲ ਟੈਗ ਦੇ ਉੱਤੇ, not on the body page. Then body
एलिमेंट्स विच असल कंटेंट या जानकारी हुंदी है। एक एलिमेंट्स का समूह हुंदा है जिस दे विच तुहाडा असल जानकारी तुसी पेश करते हो। बेसिक स्ट्रक्चर ऑफ HTML। HTML डॉक्यूमेंट दा सिंटैक्स की है? सब तो पहला तुसी HTML टैग शुरू करना है इस तरह, then head tag, then title। तुहाडा ये हिस्सा इन्ना ਇਹ ਹੈਡ ਪਾਰਟ ਦੇ ਵਿੱਚ ਆਉਂਦਾ ਹੈ, ਸੌਰੀ ਇੱਥੇ ਤੱਕ। HTML ਦੇ ਵਿੱਚ ਤੁਸੀਂ ਹੈਡ ਟਾਈਟਲ ਦਿੰਦੇ ਹੋ ਜੋ ਕਿ ਟਾਈਟਲ ਆਫ ਦਾ ਪੇਜ ਦਰਸਾਵੇਗਾ। These are pair tags ਜੋ ਕਿ ਆਪਾਂ ਅੱਗੇ ਵੀ ਪੜਾਂਗੇ। ਪੇਅਰ ਤੇ ਅਨਪੇਅਰ ਟੈਗਸ ਕੀ ਹੁੰਦੇ ਹਨ। HTML ਟੈਗ ਇੱਥੇ ਸ਼ੁਰੂ ਹੁੰਦਾ ਹੈ ਦੈਨ ਐਂਡ ਤੇ ਖਤਮ ਹੁੰਦਾ ਹੈ। ਇਹ ਤੁਹਾਡਾ ਇੱਕ ਵੈਬ ਪੇਜ ਬਣ ਜਾਵੇਗਾ। ਦੈਨ ਹੈਡ ਟੈਗ ਇੱਥੇ ਸ਼ੁਰੂ ਹੋਇਆ ਦੈਨ ਇੱਥੇ ਖਤਮ ਹੋ ਗਿਆ। ਇਹ ਪਾਰਟ ਤੁਹਾਡਾ ਹੈਡ ਪੇਜ ਹੁੰਦਾ ਹੈ। ਦੈਨ ਬੋਡੀ ਟੈਗ ਜਿਹੜਾ ਇੱਥੋਂ ਸ਼ੁਰੂ ਹੁੰਦਾ ਹੈ ਤੇ ਇੱਥੇ ਖਤਮ ਹੋ ਗਿਆ, ਇਹ ਦਰਸਾਉਂਦਾ ਹੈ ਤੁਹਾਡੇ ਪੇਜ ਦੇ ਵਿੱਚ ਐਕਚੁਅਲੀ ਕੀ ਦਿਖੇਗਾ, ਤੁਸੀਂ ਕੀ ਦਿਖਾਉਣਾ ਚਾਹੁੰਦੇ ਹੋ। ਫਿਰ ਤੁਸੀਂ ਵੈਬ ਪੇਜ ਨੂੰ ਪੂਰਾ ਕਰਦੇ ਹੋਏ HTML ਟੈਗ ਖਤਮ ਕਰ ਦਿਓਗੇ। ਉਪਰੋਕਤ ਢਾਂਚੇ ਵਿੱਚ ਪਰਿਭਾਸ਼ਿਤ ਟੈਗਸ ਮੂਲ ਰੂਪ ਵਿੱਚ ਵੈਬ ਬਰਾਊਜ਼ਰ ਨੂੰ ਦਿੱਤੇ ਗਏ ਟੈਗਾਂ ਵਿੱਚ ਪਰਿਭਾਸ਼ਿਤ ਕੀਤੇ ਜਾਂਦੇ ਹਨ। ਹੁਣ ਵੈਬ ਬਰਾਊਜ਼ਰ ਕੀ ਹੁੰਦਾ ਹੈ? ਵੈਬ ਬਰਾਊਜ਼ਰ ਜਿਸ ਵਿੱਚ ਤੁਸੀਂ ਇੰਟਰਨੈਟ ਪੇਜ ਖੋਲਦੇ ਹੋ ਉਸ ਨੂੰ ਵੈਬ ਬਰਾਊਜ਼ਰ ਕਿਹਾ ਜਾਂਦਾ ਹੈ, ਜਿਵੇਂ ਕਿ ਇੰਟਰਨੈਟ ਐਕਸਪਲੋਰਰ, ਮੋਜ਼ਿਲਾ, ਓਪੇਰਾ ਵਗੈਰਾ। HTML ਟੈਗ ਤੋਂ ਦਸਤਾਵੇਜ਼ ਸ਼ੁਰੂ ਕੀਤਾ ਜਾਂਦਾ ਹੈ ਅਤੇ HTML ਟੈਗ ਨਾਲ ਹੀ ਖਤਮ ਕੀਤਾ ਜਾਂਦਾ ਹੈ, ਬੈਕਸਲੈਸ਼ ਲੱਗਦੀ ਹੈ। ਇਹ ਵੈਬ ਬਰਾਊਜ਼ਰ ਨੂੰ ਸੂਚਿਤ ਕਰਦਾ ਹੈ ਕਿ ਕਿੱਥੇ ਵੈਬ ਪੇਜ ਸ਼ੁਰੂ ਹੋਵੇਗਾ ਅਤੇ ਕਿੱਥੇ ਖਤਮ ਹੋਏਗਾ। ਮਤਲਬ ਤੁਹਾਡਾ ਇੱਕ ਪੇਜ ਦੀ ਸ਼ੁਰੂਆਤ ਤੇ ਇੱਕ ਪੇਜ ਖਤਮ ਕਿੱਥੇ ਹੁੰਦਾ ਹੈ ਉਹ HTML ਟੈਗ ਦੱਸੇਗਾ। ਦੈਨ ਹੈਡ ਟੈਗ ਹੈਡਿੰਗ ਮਤਲਬ ਸਿਰਲੇਖ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। ਡਾਕੂਮੈਂਟ ਦਾ ਹੈਡ ਜਾਂ ਹੈਡਿੰਗ ਕਿਸ ਤਰ੍ਹਾਂ ਲਿਖੀ ਜਾਣੀ ਹੈ ਅਤੇ ਇਹ ਹਮੇਸ਼ਾ ਪੇਅਰ ਦੇ ਵਿੱਚ ਹੁੰਦਾ ਹੈ, ਮਤਲਬ ਜੋੜੀਆਂ ਦੇ ਵਿੱਚ ਸ਼ੁਰੂ ਹੋਵੇਗਾ ਤਾਂ ਖਤਮ ਵੀ ਹੋਵੇਗਾ। ਇਹ ਇਸ ਦੀ ਉਦਾਹਰਣ ਹੈ। ਟਾਈਟਲ ਟੈਗ ਵੈਬ ਪੇਜ ਦਾ ਸਿਰਲੇਖ ਪ੍ਰਭਾਸ਼ਿਤ ਕਰਦਾ ਹੈ ਜੋ ਵੈਬ ਬਰਾਊਜ਼ਰ ਦੇ ਟਾਈਟਲ ਬਾਰ ਤੇ ਪ੍ਰਦਰਸ਼ਿਤ ਹੁੰਦਾ ਹੈ on the very top। then body ਟੈਗ ਵੈਬ ਬਰਾਊਜ਼ਰ ਵਿੱਚ ਵੈਬ ਪੰਨੇ ਵਿੱਚ ਲੋਡ ਹੋਣ ਤੇ ਵੈਬ ਬਰਾਊਜ਼ਰ ਤੇ ਪ੍ਰਦਰਸ਼ਿਤ ਕਰਨ ਵਾਲੀ ਅਸਲ ਜਾਣਕਾਰੀ ਰੱਖਦਾ ਹੈ। ਮਤਲਬ ਤੁਹਾਡੀ ਅਸਲ ਜਾਣਕਾਰੀ, ਤੁਹਾਡੀ ਅਸਲੀ ਇਨਫੋਰਮੇਸ਼ਨ ਕਿੱਥੇ ਪੇਸ਼ ਹੋਣੀ ਹੈ ਉਹ ਬੋਡੀ ਟੈਗ ਵਿੱਚ ਦਰਸਾਈ ਜਾਏਗੀ। ਕਲੀਅਰ? ਬੋਡੀ ਟੈਗ ਵਿੱਚ ਵੱਖ-ਵੱਖ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਇਹ ਵਿਸ਼ੇਸ਼ਤਾਵਾਂ ਨੂੰ ਐਟਰੀਬਿਊਟਸ ਕਿਹਾ ਜਾਂਦਾ ਹੈ, ਮਤਲਬ ਉਹਨਾਂ ਦੇ ਖਾਸ ਗੁਣ ਕੀ ਹਨ। ਅਸੀਂ ਇਹਨਾਂ ਐਟਰੀਬਿਊਟਸ ਦੇ ਨਾਲ ਬੈਕਗ੍ਰਾਉਂਡ ਕਲਰ, ਟੈਕਸਟ ਕਲਰ ਮਤਲਬ ਤੁਹਾਡੀ ਬੈਕਗ੍ਰਾਉਂਡ ਕਿਹੜੇ ਕਲਰ ਦੀ ਹੋਣੀ ਚਾਹੀਦੀ ਹੈ, ਉਸ ਕਲਰ ਦੀ ਹੋਣੀ ਚਾਹੀਦੀ ਹੈ ਜਾਂ ਤੁਸੀਂ ਉਹਦੇ ਤੇ ਪਿਕਚਰ ਲਾਉਣੀ ਹੈ ਕੋਈ। ਟੈਕਸਟ ਕਲਰ ਮਤਲਬ ਤੁਹਾਡੇ ਲਿਖੇ ਗਏ ਅੱਖਰ ਕਿਹੜੇ ਕਲਰ ਦੇ ਹੋਣੇ ਚਾਹੀਦੇ ਆ, ਕਿੰਨੇ ਸਾਈਜ਼ ਦੇ ਹੋਣੇ ਚਾਹੀਦੇ, ਉਹਨਾਂ ਦਿੱਖ ਕਿਹੋ ਜਿਹੀ ਹੋਣੀ ਚਾਹੀਦੀ ਹੈ, ਫੌਂਟ ਸਾਈਜ਼ ਆਦਿ ਚੁਣ ਸਕਦੇ ਹਾਂ। HTML ਡਾਕੂਮੈਂਟ ਬਣਾਉਣਾ। ਹੁਣ HTML ਡਾਕੂਮੈਂਟ ਕਿਵੇਂ ਬਣਦਾ ਹੈ? ਵੈਬ ਪੇਜ ਸਧਾਰਨ ਟੈਕਸਟ ਫਾਈਲਾਂ ਹਨ। ਟੈਕਸਟ ਫਾਈਲਾਂ ਜਿਵੇਂ ਕਿ ਨੋਟਪੈਡ ਦੇ ਵਿੱਚ ਆਪਾਂ ਟਾਈਪਿੰਗ ਕਰਦੇ ਹਾਂ ਸਿੰਪਲ। ਵੈਬ ਪੇਜ ਵੀ ਉਸੇ ਤਰ੍ਹਾਂ ਡਿਜ਼ਾਈਨ ਹੁੰਦੇ ਹਨ ਐਜ਼ ਇਨ ਨੋਟਪੈਡ ਟੈਕਸਟ ਫਾਈਲ ਦੇ ਵਿੱਚ, ਪਰ ਉਸ ਨੂੰ ਖਾਸ ਟੈਗਸ ਦੇ ਨਾਲ ਜਦੋਂ ਤੁਸੀਂ ਜੋੜ ਦਿੰਦੇ ਹੋ ਤਾਂ ਉਹ ਵੈਬ ਪੇਜ ਬਣ ਜਾਂਦਾ ਹੈ। HTML ਵਿੱਚ ਡਾਕੂਮੈਂਟ ਬਣਾਉਣ ਦੇ ਲਈ ਪਹਿਲਾਂ ਤੁਸੀਂ ਨੋਟਪੈਡ ਨੂੰ ਓਪਨ ਕਰੋਗੇ, ਉਸ ਦੇ ਵਿੱਚ ਇਸ ਤਰ੍ਹਾਂ ਦਾ ਢਾਂਚਾ ਤਿਆਰ ਕਰੋਗੇ। ਐਜ਼ ਐਨ ਐਗਜ਼ਾਮਪਲ ਜੇ ਮੈਂ ਤੁਹਾਨੂੰ ਦਿਖਾਵਾਂ, ਇਹ ਇੱਕ HTML ਟੈਗ ਸਟਰਕਚਰ ਹੈ, ਇੱਥੋਂ ਸ਼ੁਰੂ ਹੋਇਆ
then ਇੱਥੇ ਖਤਮ ਹੋ ਗਿਆ pair tag, then head, ਤੁਹਾਡੇ ਪੇਜ ਦਾ ਹੈਡ ਪਾਰਟ, ਇਹ ਉਹਦਾ ਸਟਰਕਚਰ ਹੈ। ਦੈਨ ਬੋਡੀ, ਬੋਡੀ ਦੇ ਵਿੱਚ ਤੁਹਾਡਾ ਐਕਚੁਅਲ ਰਿਜ਼ਲਟ ਸ਼ੋ ਹੋਵੇਗਾ। ਹੁਣ ਇਸ ਨੂੰ ਤੁਸੀਂ ਲਿਖਣ ਤੋਂ ਬਾਅਦ ਜਦੋਂ ਤੁਸੀਂ ਇਹ ਲਿਖ ਲਓਗੇ, ਇਹਨੂੰ ਸੇਵ ਕਰਨਾ ਹੈ। ਹੁਣ ਤੱਕ ਇਹ ਫਾਈਲ ਸਿਰਫ ਨੋਟਪੈਡ ਦੇ ਵਿੱਚ ਖੁੱਲੇਗੀ, ਪਰ ਜੋ ਤੁਸੀਂ ਫਾਈਲ ਨੂੰ ਫਾਈਲ ਸੇਵ ਐਜ਼ किस जगह ते सेव करनी है, दैन इत्थे ऑल फाइल्स करके इस दे पिछे तुसी .html लगा दोगे। जो तुसी इहदी एक्सटेंशन चेंज करती उदों तुसी दस रहे हो कि यह टैक्स्ट फाइल तो हुण हाइपर टैक्स्ट फाइल हो गई है, हाइपर टैक्स्ट मार्कअप लैंग्वेज। इस तू सेव कर दिओ। हुण ये फाइल तुहाडी वैब ब्राउज़र दे विच खुलेगी। इहनूं तुसी ओपन करोगे, ਇਹ ਫਾਈਲ ਦੇ ਵਿੱਚ ਆਪਾਂ ਟਾਈਟਲ ਐਕਸਪਲੇਨ ਕੀਤਾ ਸੀ। ਆ ਦੇਖੋ ਇੱਥੇ ਟਾਈਟਲ ਆਉਂਦਾ, ਦੈਨ ਇਸ ਪੇਜ ਦੇ ਵਿੱਚ ਜਿੰਨਾ ਵੀ ਕੁਝ ਹੋਏਗਾ ਉਹ ਸਾਰਾ ਬੋਡੀ ਟੈਗ ਦੇ ਵਿੱਚ ਐਕਸਪਲੇਨ ਹੋਏਗਾ। ਦਿਸ ਪੋਰਸ਼ਨ ਇਹ ਤੁਹਾਡਾ ਸਿੰਪਲ ਵੈਬ ਪੇਜ ਦਾ ਡਿਜ਼ਾਈਨ ਹੈ। ਇਸ ਦੇ ਦੁਆਰਾ ਹੀ ਤੁਸੀਂ ਹੋਰ ਚੇਂਜਸ ਕਰ ਸਕਦੇ ਹੋ, ਟੈਗਸ ਐਡ ਕਰ ਸਕਦੇ ਹੋ, ਜਿਵੇਂ ਕਿ ਆਪਾਂ ਅੱਗੇ ਪੜਾਂਗੇ। इस चैप्टर दे विच तुहानू बहुत सौखे तरीके नाल एक्सप्लेन किया गया है विद पिक्चर्स, ताकि किसी भी तरह की कोई समझण दे विच प्रॉब्लम ना आवे। जे फिर भी कोई दिक्कत है तो तुसीं मेरे नाल कॉन्टैक्ट कर सकते हो। HTML डॉक्यूमेंट देखना, असी फिर वही स्टार्ट प्रोग्राम इंटरनेट एक्सप्लोरर से स्टार्ट कर सकते हो, या फिर तुसीं सीधा ही जिथे फाइल सेव की है उसनू ओपन कर सकते हो। सी दिस माई वैब पेज इन्होंने सेव किया सीगा, वही आ टाइटल, आहा बॉडी पार्ट। वैब ब्राउज़र्स, हुण वैब ब्राउज़र्स की हुंदे हन? वैब पेजेस किसी भी वैब ब्राउज़र विच खोले जा सकते हैं। जेड़े भी तुसी वैब पेज डिज़ाइन करते हो या तुसी खोलते हो, किसी ना किसी वैब ब्राउज़र दे विच ही खोलते हो। हुण असी कुछ आम वरते गए वैब ब्राउज़र बारे चर्चा करांगे। इंटरनेट एक्सप्लोरर, ये माइक्रोसॉफ्ट का बहुत ही आम वरत्या जाने वाला वैब ब्राउज़र है, जो कि सिंपल ई दे तौर पे तुसी सिस्टम विच देखा होगा। ये वर्ल्ड वाइड वैब का सब तो ज़्यादा वरत्या जाने वाला वैब ब्राउज़र है। ये माइक्रोसॉफ्ट विंडोज़ ऑपरेटिंग सिस्टम के नाल ही आता है, मतलब तुहाडी विंडो दे विच पहलां तो ही आता है, तुहानूं स्पैसिफिकली खास तौर पर इंस्टॉल नहीं करना पवेगा। गूगल क्रोम गूगल राही तैयार किया गया ये फ्रीवेयर है, फ्री वैब ब्राउज़र है, जिस लिए तुहानूं पैसे नहीं देने पैंदे। तुसीं इंटरनेट एक्सप्लोरर खोल के तुसीं गूगल दे वैबसाइट तो तुसीं एक होर वैब ब्राउज़र डाउनलोड कर सकते हो। मोज़िला फायरफॉक्स, मोज़िला फायरफॉक्स ਅਤੇ ਇਸ ਦੀ ਸਹਾਇਕ ਕਾਰਪੋਰੇਸ਼ਨ ਦੁਆਰਾ ਇੱਕ ਮੁਫਤ ਅਤੇ ਓਪਨ ਸੋਰਸ ਵੈਬ ਬਰਾਊਜ਼ਰ ਹੈ। ਹੁਣ ਮੁਫਤ ਤਾਂ ਗੂਗਲ ਕ੍ਰੋਮ ਵੀ ਆਪਾਂ ਕਿਹਾ ਸੀਗਾ ਹੈਗਾ, ਬਟ ਇਹ ਓਪਨ ਸੋਰਸ ਵੀ ਹੈ। ਓਪਨ ਸੋਰਸ ਦਾ ਮਤਲਬ ਹੁੰਦਾ ਕਿ ਇਹਦੀ ਕੋਡਿੰਗ ਜੋ ਹੈ ਇਸ ਨੂੰ ਯੂਜ਼ਰ ਆਪਦੇ ਅਕੋਰਡਿੰਗ ਬਣਾ ਸਕਦਾ ਹੈ। ਇਸ ਕਾਰਪੋਰੇਸ਼ਨ ਦੁਆਰਾ यूज़र नू अपने अकॉर्डिंग ਜਿਹੜੇ प्रोग्रामर ਹੁੰਦੇ ਹਨ कि मेरा ब्राउज़र इस तरीके ਨਾਲ ਚੱਲੇ, ਉਹ ਕੋਡ ਆਪਣੇ ब्राउज़र ਦੇ ਨਾਲ ਉਸ ਨੂੰ ਮੋਡੀਫਾਈ ਕਰ ਸਕਦਾ ਹੈ। ਉਸ ਨੂੰ ਓਪਨ ਸੋਰਸ ਕਹਿੰਦੇ ਹਨ। ओपेरा, ओपेरा एक वैब ब्राउज़र है जो कि ओपेरा सॉफ्टवेयर द्वारा विकसित किया गया है। माइक्रोसॉफ्ट विंडोज़ ऑपरेटिंग सिस्टम एक्स ਅਤੇ लाइनक्स ऑपरेटिंग सिस्टम ਲਈ ਨਵੀਨਤਮ वर्जन है। दैन इस दे नाल ही आपां HTML टैग स्टार्ट करांगे। HTML टैग्स की हुंदे हन? HTML टैग्स विच असी ग्राफिक्स लिंक्स शामिल करते हाँ। जो मैं तुहानूं पहलां दस्सिआ, टैग्स एक एलीमेंट्स दे आले दुआले
ਐਂਗਲ ਬ੍ਰੈਕਟ ਲਗਾਉਣ ਨਾਲ ਬਣਦਾ ਹੈ, ਜੋ ਕਿ ਕਿਸੇ ਟੈਗ ਦੇ ਤੌਰ ਤੇ ਵਰਤਿਆ ਜਾਂਦਾ ਹੈ। ਇਹ ਦੋ ਤਰੀਕੇ ਦੇ ਹੁੰਦੇ ਹਨ, ਕੰਟੇਨਰ ਟੈਗ ਐਂਡ ਐਮਟੀ ਟੈਗ। ਕੰਟੇਨਰ ਟੈਗ ਮਤਲਬ ਪੇਅਰ ਟੈਗ, ਜਿਵੇਂ ਕਿ ਆਪਾਂ ਪਹਿਲਾਂ ਪੜਿਆ ਹੈ HTML ਐਂਡ HTML ਦੋਨੇ ਇਹ ਕੰਟੇਨਰ ਟੈਗ ਹਨ। ਕੰਟੇਨਰ ਮਤਲਬ ਜਿਵੇਂ ਕਿ ਖਾਸ ਡੱਬਾ, ਇਹ ਆਪਦੇ ਵਿੱਚ ਚੱਲਣ ਵਾਲੀਆਂ ਚੀਜ਼ਾਂ ਨੂੰ ਸਮੇਟਦੇ ਹਨ। ਪੇਅਰਡ ਹੁੰਦੇ ਹਨ, ਇਹ ਇਕੱਲੇ ਨਹੀਂ ਚੱਲਣਗੇ, ਜੇ ਤੁਸੀਂ ਸ਼ੁਰੂ ਕਰਤਾ ਤਾਂ ਉਹਨੂੰ ਖਤਮ ਵੀ ਕਰਨਾ ਪਵੇਗਾ। ਦੈਨ ਐਮਟੀ ਟੈਗ। ਐਮਟੀ ਟੈਗ ਉਹ ਹੁੰਦੇ ਹਨ ਜਿਸ ਨੂੰ ਤੁਸੀਂ ਸਿਰਫ ਇੱਕ ਵਾਰੀ ਸ਼ੁਰੂ ਕਰਨਾ ਹੈ, ਉਹ ਆਟੋਮੈਟਿਕਲੀ ਆਪਦੀ ਲਾਈਨ ਦੇ ਐਂਡ ਤੱਕ ਚੱਲੇਗਾ, ਫਿਰ ਆਪਣੇ ਆਪ ਖਤਮ ਹੋ ਜਾਵੇਗਾ। ਸਭ ਤੋਂ ਪਹਿਲਾਂ ਦੇਖਾਂਗੇ ਕੰਟੇਨਰ ਟੈਗ ਕਿਹੜੇ ਹੁੰਦੇ ਹਨ। ਕੰਟੇਨਰ ਏਰੀਆ ਹੁੰਦਾ ਹੈ ਜੋ ਸ਼ੁਰੂਆਤੀ ਟੈਗ ਅਤੇ ਸਮਾਪਤੀ ਟੈਗ ਨਾਲ ਘਿਰਿਆ ਹੋਇਆ ਹੁੰਦਾ ਹੈ। ਮਤਲਬ HTML ਹੈਡ, ਟਾਈਟਲ, ਬੋਡੀ ਇਹ ਸ਼ੁਰੂਆਤ ਹੁੰਦੇ ਹਨ, ਦੈਨ ਉਸ ਨੂੰ ਬੈਕ ਸਪੇਸ ਟੈਗ ਲਾ ਕੇ ਉਸ ਨੂੰ ਖਤਮ ਵੀ ਕਰ ਸਕਦੇ ਹਨ। ਐਮਟੀ ਟੈਗਸ, ਇਹ ਐਲੀਮੈਂਟਸ ਨੂੰ ਐਮਟੀ ਟੈਗ ਜਾਂ ਖਾਲੀ ਟੈਗ ਕਿਹਾ ਜਾਂਦਾ ਹੈ ਅਤੇ ਇਸ ਵਿੱਚ ਕੇਵਲ ਇੱਕ ਸ਼ੁਰੂਆਤੀ ਟੈਗ ਹੁੰਦਾ ਹੈ, ਜਿਵੇਂ ਕਿ BR। BR ਮਤਲਬ ਲਾਈਨ ਨੂੰ ਬੋਲਡ ਕਰਨਾ, ਬ੍ਰੇਕ ਕਰਨਾ। ਤੁਸੀਂ ਲਾਈਨ ਲਿਖ ਰਹੇ ਹੋ, ਉਹਨਾਂ ਨੂੰ ਬ੍ਰੇਕ ਕਰਨਾ ਹੈ, ਸਿੰਗਲ ਟੈਗ ਲਾਓ ਬਸ। ਇਹਨਾਂ ਦੋਨਾਂ ਦੇ ਵਿਚਕਾਰ ਅੰਤਰ ਕੀ ਹੈ? HTML ਟੈਗ ਵਿੱਚ ਬੈਕਸਲੈਸ਼ ਦੀ ਕਮਾਂਡ ਨਾਲ ਬੰਦ ਕੀਤਾ ਜ਼ਰੂਰੀ ਹੈ, ਉਸ ਨੂੰ ਕੰਟੇਨਰ ਟੈਗ ਕਿਹਾ ਜਾਂਦਾ ਹੈ। ਇੱਕ ਕੰਟੇਨਰ ਟੈਗ ਵਿੱਚ ਇੱਕ ਸ਼ੁਰੂਆਤੀ ਐਂਡ ਕਲੋਜ਼ਿੰਗ ਟੈਗ ਹੁੰਦਾ ਹੈ। ਐਮਟੀ ਟੈਗ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ, ਸਿਰਫ ਇੱਕ ਦੀ ਜ਼ਰੂਰਤ ਹੁੰਦੀ ਹੈ। ਸੈਕੰਡ, ਇੱਕ ਕੰਟੇਨਰ ਟੈਗ ਇੱਕ ਟੈਗ ਹੈ ਜਿਸ ਵਿੱਚ ਐਟਰੀਬਿਊਟ ਜਾਂ ਗੁਣ ਸ਼ਾਮਿਲ ਹੋ ਸਕਦੇ ਹਨ। ਹੁਣ ਜਦੋਂ ਤੁਸੀਂ ਕੰਟੇਨਰ ਟੈਗ ਦੇ ਵਿੱਚ ਕੰਮ ਕਰਦੇ ਹੋ ਤਾਂ ਉਸ ਦੇ ਵਿੱਚ ਤੁਸੀਂ ਕੋਈ ਖਾਸ ਐਟਰੀਬਿਊਟ ਤੱਤ ਲਗਾ ਸਕਦੇ ਹੋ, ਕਲਰ ਵਗੈਰਾ। ਦੈਨ ਐਮਟੀ ਟੈਗ ਵਿੱਚ ਕੋਈ ਐਟਰੀਬਿਊਟ ਜਾਂ ਗੁਣ ਹੋ ਵੀ ਸਕਦੇ ਹਨ ਜਾਂ ਨਹੀਂ ਵੀ ਹੋ ਸਕਦੇ। ਉਹ ਖਾਲੀ ਵੀ ਹੋ ਸਕਦਾ ਹੈ ਜਾਂ ਉਹਨਾਂ 'ਚ ਗੁਣ ਹੋ ਵੀ ਸਕਦੇ ਹਨ। ਆਹ ਬੇਸਿਕ ਐਗਜ਼ਾਮਪਲ ਹਨ, ਜਿਵੇਂ ਕਿ B ਐਂਡ B ਐਲੀਮੈਂਟ ਟੈਗ ਹੈ। ਜਦੋਂ ਤੁਸੀਂ B ਟੈਗ ਲਗਾਓਗੇ ਤਾਂ ਬੋਲਡ ਹੋ ਜਾਵੇਗਾ ਤੁਹਾਡਾ ਅੱਖਰ। I ਇਟੈਲਿਕ, ਜਿਵੇਂ ਕਿ ਤੁਸੀਂ ਮਾਈਕਰੋਸਾਫਟ ਵਰਡ ਦੇ ਵਿੱਚ ਯੂਜ਼ ਕਰਦੇ ਹੋ ਉਸ ਤਰ੍ਹਾਂ। U ਫॉर ਅੰਡਰਲਾਈਨ, SUP ਸਕੁਅਰ ਦੇ ਲਈ ਸੁਪਰ ਇੰਪੋਜ਼ਿੰਗ ਆ ਟੂਲ ਆਇਆ ਹੋਇਆ ਹੈ। A ਦੈਨ ਸੁਪਰ ਲਾ ਕੇ SUP 2 ਸੁਪਰ ਹੋ ਜਾਏਗਾ, ਇਸ ਦੀ ਵੈਲਿਊ ਇਦਾਂ ਖਤਮ ਹੋ ਗਿਆ। ਦੈਨ ਪਲੱਸ B ਸੁਪਰ ਇਦਾਂ ਦਿਖੇਗਾ। ਸਬ ਮਤਲਬ ਪੈਰ ਦੇ ਵਿੱਚ। ਸਟ੍ਰਾਈਕ ਮਤਲਬ ਤੁਹਾਡੇ ਅੱਖਰ ਦੇ ਵਿਚਾਲੇ ਲਾਈਨ ਆ ਜਾਏਗੀ। TT ਟੈਕਸਟ ਵਿੱਚ ਟਾਈਪਰਾਈਟਰ ਫੌਂਟ ਵਰਤਣ ਦੇ ਲਈ, ਜਿਹੜੇ ਸਿੰਪਲ ਬੇਸਿਕ ਟਾਈਪਰਾਈਟਰ ਹੁੰਦੇ ਸੀ ਉਸ ਤਰ੍ਹਾਂ ਦਾ ਫੌਂਟ ਵਰਤਣ ਦੇ ਲਈ। ਇਹ ਇੱਕ ਸਿੰਪਲ ਕੰਟੇਨਰ ਟੈਗ ਦੀ ਐਗਜ਼ਾਮਪਲ ਹੈ ਜੋ ਕਿ ਆਪਾਂ ਪਹਿਲਾਂ ਵੀ ਦੇਖੀ ਹੈ। ਤੁਸੀਂ ਇਸ ਨੂੰ ਆਪਣੇ PC ਤੇ ਜਾਂ ਕਿਸੇ ਵੀ ਨੋਟਪੈਡ ਦੇ ਵਿੱਚ ਚਲਾ ਕੇ ਦੇਖ ਸਕਦੇ ਹੋ, ਬਣਾ ਕੇ ਦੇਖ ਸਕਦੇ ਹੋ। This is your result। ਉਸ ਨਾਲ ਇਸ ਤਰ੍ਹਾਂ ਦਾ ਰਿਜ਼ਲਟ ਆ ਜਾਵੇਗਾ। ਦੈਨ ਐਟਰੀਬਿਊਟਸ, ਇੱਕ ਟੈਗ ਦੇ ਗੁਣ, ਉਹਨਾਂ ਦੇ ਵਿੱਚ ਕੀ ਗੁਣ ਹਨ ਉਸ ਨੂੰ ਐਟਰੀਬਿਊਟਸ ਸ਼ੁਰੂਆਤੀ ਟੈਗ ਵਿੱਚ ਦਰਸਾਏ ਜਾਂਦੇ ਹਨ, ਜੋ ਟੈਗ ਦੀਆਂ ਵਿਸ਼ੇਸ਼ਤਾਵਾਂ ਨੂੰ ਦਰਸਾਉਂਦੇ ਹਨ। ਹੁਣ ਟੈਗ ਤੇ ਐਟਰੀਬਿਊਟ 'ਚ ਕੀ ਫਰਕ ਹੈ? ਟੈਗ ਅਜਿਹੀਆਂ ਹਦਾਇਤਾਂ ਹੁੰਦੀਆਂ ਹਨ ਜੋ ਸੂਚਨਾ ਨੂੰ ਵੈਬ ਪੇਜ ਤੇ ਪ੍ਰਦਰਸ਼ਿਤ ਕਰਦੀਆਂ ਹਨ। ਠੀਕ ਹੈ, ਵੈਬ ਪੇਜ ਤੇ ਕਿਵੇਂ ਡਿਸਪਲੇ ਹੋਣਾ ਹੈ। ਐਟਰੀਬਿਊਟ ਇੱਕ ਟੈਗ ਦੀ ਵਿਸ਼ੇਸ਼ਤਾ ਦਰਸਾਉਂਦਾ ਹੈ। ਉਸ ਟੈਗ ਦੇ ਵਿੱਚ ਉਹ ਵਿਸ਼ੇਸ਼ ਕੀ ਹੈ, ਜਿਵੇਂ ਕਿ ਟੈਕਸਟ ਲਗਾ ਦਿੱਤਾ ਜਾਂ ਟੇਬਲ ਲਗਾ ਦਿੱਤਾ। ਠੀਕ ਹੈ, ਟੇਬਲ ਦੇ ਵਿੱਚ ਬਾਰਡਰ ਦਾ ਸਾਈਜ਼ ਕੀ ਹੋਵੇਗਾ, ਉਹ ਖਾਸੀਅਤ ਉਹਦੀ ਐਟਰੀਬਿਊਟ ਹੋਏਗੀ। ਟੈਗਸ ਵਿੱਚ ਐਟਰੀਬਿਊਟ ਸ਼ਾਮਿਲ ਹੋ ਸਕਦੇ ਹਨ ਤੇ ਐਟਰੀਬਿਊਟਸ ਐਲੀਮੈਂਟਸ ਦੀ ਓਪਨ ਟੈਗਿੰਗ ਦਾ ਹਿੱਸਾ ਹੁੰਦਾ ਹੈ। ਇਹ ਦੋ ਤਰ੍ਹਾਂ ਦੇ ਹੁੰਦੇ ਹਨ, ਐਮਟੀ ਅਤੇ ਕੰਟੇਨਰ। ਐਟਰੀਬਿਊਟ ਦੀਆਂ ਕਿਸਮਾਂ ਵਰਤੇ ਜਾ ਰਹੇ ਟੈਗ ਤੇ ਨਿਰਭਰ ਕਰਦੀਆਂ ਹਨ। ਹੁਣ ਇਹਨਾਂ ਦੀਆਂ ਕਿਸਮਾਂ ਜਿਹੜੇ ਟੈਗ ਨਾਲ ਯੂਜ਼ ਹੋ ਰਿਹਾ ਹੈ ਜਾਂ ਵਰਤਿਆ ਜਾ ਰਿਹਾ ਉਹਦੇ ਤੇ ਹੀ ਨਿਰਭਰ ਕਰਦੀਆਂ ਹਨ।
ਦੈਨ ਬੋਡੀ ਅਤੇ ਐਟਰੀਬਿਊਟ, ਬੋਡੀ ਟੈਗ। ਹੁਣ ਬੋਡੀ ਟੈਗ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਐਕਚੁਅਲ ਜਿਹੜਾ ਡਿਸਪਲੇ ਹੁੰਦਾ ਜਿਸ ਵਿੰਡੋ 'ਚ ਹੁੰਦਾ ਉਸ ਨੂੰ ਬੋਡੀ ਟੈਗ ਕਹਿੰਦੇ ਹਨ। ਬੋਡੀ ਟੈਗ HTML ਡਾਕੂਮੈਂਟ ਦਾ ਮੁੱਖ ਹਿੱਸਾ ਹੈ ਜਿਸ ਵਿੱਚ ਵੈਬ ਪੇਜ ਦੇ ਸਾਰੇ ਜਾਣਕਾਰੀ ਮੌਜੂਦ ਹੁੰਦੀ ਹੈ। ਇਸ ਟੈਗ ਵਿੱਚ ਵਰਤੀਆਂ ਜਾਂਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ ਬੈਕਗਰਾਉਂਡ, ਤੁਹਾਡੀ ਬੈਕਗਰਾਉਂਡ ਕਲਰ ਜਾਂ ਕੁਛ ਵੀ ਪਿੱਛੇ ਟੈਕਸਟ ਦੇ ਪਿੱਛੇ ਜੋ ਹੈ, ਦੈਨ BG ਕਲਰ ਅਤੇ ਟੈਕਸਟ ਦੀ ਵਿਸ਼ੇਸ਼ਤਾ ਆਦਿ। ਹੁਣ ਬੈਕਗਰਾਉਂਡ ਐਟਰੀਬਿਊਟ, ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਖਾਲੀ ਟੈਗ ਲੱਗਿਆ ਹੈ ਤੇ ਉਸ ਦੇ ਬੈਕਗਰਾਉਂਡ ਤੇ ਇਮੇਜ ਲਗਾਈ ਗਈ ਹੈ ਤੇ ਤੁਹਾਡਾ ਟੈਕਸਟ ਉਹਦੇ ਉੱਤੇ ਸ਼ੋ ਹੋ ਰਿਹਾ ਹੈ। ਇਸੇ ਤਰ੍ਹਾਂ ਹੀ ਤੁਸੀਂ ਬੈਕਗਰਾਉਂਡ ਦਾ ਕਲਰ ਚੇਂਜ ਕਰ ਸਕਦੇ ਹੋ। ਇਸ ਦੀ ਇੱਕ ਸਿੰਪਲ ਐਗਜ਼ਾਮਪਲ ਜੇ ਮੈਂ ਤੁਹਾਨੂੰ ਦਿਖਾਵਾਂ, here ਬੋਡੀ, ਇਸ ਦੇ ਵਿੱਚ ਐਟਰੀਬਿਊਟ ਲਗਾਇਆ BG ਕਲਰ, ਕਿਹੜਾ ਕਲਰ ਹੋਵੇ ਉਸ ਨੂੰ ਇਨਵਰਟਡ ਕਾਮਾਸ ਦੇ ਵਿੱਚ ਲਿਖਣਾ ਆ ਗ੍ਰੀਨ। ਮੈਂ ਕਿਹਾ ਮੇਰੀ ਬੈਕਗਰਾਉਂਡ ਗ੍ਰੀਨ ਕਲਰ ਦੀ ਹੋਵੇ, ਜਾਂ ਇੱਥੇ ਤੁਸੀਂ ਸਪੈਸ਼ਲ ਲਿੰਕ ਲਗਾ ਕੇ ਸੋਰਸ ਲਗਾ ਕੇ ਤੁਸੀਂ ਇਮੇਜ ਵੀ ਲਗਾ ਸਕਦੇ ਹੋ। ਦੈਨ ਮੈਂ ਉਸ ਦੇ ਵਿੱਚ ਇੱਕ ਹੋਰ ਟੈਗ ਲਗਾਇਆ ਬੋਡੀ ਦੇ ਵਿੱਚ ਫੌਂਟ, ਮੇਰਾ ਲਿਖਣ ਵਾਲਾ ਸਟਾਈਲ ਕਿਹੋ ਜਿਹਾ ਹੋਵੇ। ਫੇਸ ਦਾ ਮਤਲਬ ਉਸ ਦੇ ਐਟਰੀਬਿਊਟ ਕਿਸ ਤਰ੍ਹਾਂ ਦਾ ਫੌਂਟ ਹੋਵੇ, ਉਹ ਕਿਹੜੇ ਰੰਗ ਦਾ ਹੋਵੇ ਤੇ ਉਹਦਾ ਸਾਈਜ਼ ਕਿੰਨਾ ਹੋਵੇ। ਜਿਹੜਾ ਆਹ ਟੈਕਸਟ ਹੈ ਇਹ ਟੈਕਸਟ ਦੇ ਵਿੱਚ ਕਿਸ ਤਰ੍ਹਾਂ ਦਿਖੇਗਾ। ਹੁਣ ਇਹ ਟੈਗ ਨੂੰ ਆਪਾਂ ਪਹਿਲਾਂ ਵੀ ਦੇਖਿਆ ਹੈ। ਇਸ ਦੇ ਵਿੱਚ ਸਿੰਪਲ ਸਟਰਕਚਰ ਜਦੋਂ ਆਪਾਂ ਸ਼ੁਰੂਆਤ ਕੀਤੀ ਸੀਗੀ, ਇਸ ਦੇ ਵਿੱਚ ਤੁਸੀਂ ਧਿਆਨ ਦੇਵੋਗੇ ਕਿ ਇਸ ਦਾ ਟਾਈਟਲ ਬਹੁਤ ਅਲੱਗ ਹੈ। ਦੈਨ ਬੋਡੀ ਟੈਗ ਦੇ ਵਿੱਚ ਸਿਰਫ ਇੱਕ ਸਿੰਗਲ ਲਾਈਨ ਦਿਖ ਰਹੀ ਹੈ। ਆਪਾਂ ਉਸੇ ਦੇ ਵਿੱਚ ਜੇ ਇਸ ਨੂੰ ਮੋਡੀਫਾਈ ਕਰਦੇ ਹਾਂ ਸਿਰਫ ਇੱਕ ਕਲਰ ਲਗਾ ਕੇ, ਦੈਨ ਦਿਸ ਵਿਲ ਹੈਪਨ, ਇਸ ਤਰ੍ਹਾਂ ਦਾ ਹੋ ਜਾਵੇਗਾ। ਬੈਕਗਰਾਉਂਡ ਕਲਰ ਮੈਂ ਗ੍ਰੀਨ ਕਹੀ ਸੀ ਤੇ ਉਸ ਦਾ ਸਾਈਜ਼ ਤੇ ਇਸ ਦਾ ਸਾਈਜ਼ ਦੇਖੋ, ਮੈਂ ਸਾਈਜ਼ 6 ਦਿੱਤਾ ਸੀ। ਦਿਸ ਇਜ਼ ਹਾਊ ਇਟ ਵਿਲ ਬੀ ਡਿਸਪਲੇਡ। ਇਸੇ ਤਰ੍ਹਾਂ ਹੀ ਤੁਸੀਂ ਇਮੇਜ ਵੀ ਲਗਾ ਸਕਦੇ ਹੋ। ਬੈਕਗਰਾਉਂਡ ਕਲਰ ਅਤੇ BG ਕਲਰ, ਬੈਕਗਰਾਉਂਡ ਦੇ ਵਿੱਚ ਕੀ ਫਰਕ ਹੈ, ਬੈਕਗਰਾਉਂਡ ਤੇ ਬੈਕਗਰਾਉਂਡ ਕਲਰ 'ਚ ਕੀ ਫਰਕ ਹੈ। ਬੈਕਗਰਾਉਂਡ ਮਤਲਬ ਤੁਸੀਂ ਬੈਕਗਰਾਉਂਡ ਤੇ ਕੋਈ ਇਮੇਜ ਜਾਂ ਲਿੰਕ ਲਗਾਉਣਾ ਹੈ। ਬੈਕਗਰਾਉਂਡ ਕਲਰ ਦੇ ਵਿੱਚ ਤੁਸੀਂ ਉਸ ਦਾ ਕਲਰ ਦੱਸ ਰਹੇ ਹੋ। ਬੈਕਗਰਾਉਂਡ ਐਟਰੀਬਿਊਟ ਨੂੰ ਬੋਡੀ ਦੇ ਨਾਲ ਟੇਬਲ ਟੈਗ ਵਿੱਚ ਵੀ ਵਰਤਿਆ ਜਾਂਦਾ ਹੈ। ਇਸ ਦੀ ਵਰਤੋਂ ਵੈਬ ਪੇਜ ਜਾਂ ਟੇਬਲ ਦੀ ਬੈਕਗਰਾਉਂਡ ਇਮੇਜ ਬਦਲਣ ਲਈ ਕੀਤੀ ਜਾਂਦੀ ਹੈ। ਦਿਸ ਇਜ਼ ਦਾ ਸਿੰਟੈਕਸ। ਬੋਡੀ ਬੈਕਗਰਾਉਂਡ, ਬੋਡੀ ਸਟਾਰਟ ਕੀਤਾ, ਉਸ ਤੋਂ ਬਾਅਦ ਤੁਸੀਂ ਬੈਕਗਰਾਉਂਡ ਐਟਰੀਬਿਊਟ ਲਗਾਇਆ ਤੇ ਇਜ਼ ਇਕੁਅਲ ਟੂ URL ਮਤਲਬ ਤੁਹਾਡਾ ਯੂਨੀਫਾਰਮ ਰਿਸੋਰਸ ਲੋਕੇਟਰ, ਜਿਹੜਾ ਸੋਰਸ ਫਾਈਲ ਜਾਂ ਜਿਹੜੀ ਫੋਟੋ ਜਾਂ ਤੁਸੀਂ ਇਮੇਜ ਜਾਂ ਲਿੰਕ ਲਗਾਉਣਾ ਹੈ, ਇਸ ਤਰ੍ਹਾਂ ਤੁਸੀਂ ਉੱਥੇ ਦੱਸੋਗੇ। ਇਹ ਉਹਦੀ ਇੱਕ ਐਗਜ਼ਾਮਪਲ ਹੈ। ਤੁਹਾਡੇ image file.jpg ਇੱਕ ਫੋਟੋ ਲਗਾਈ ਗਈ ਹੈ, ਕਲਰ ਰੈਡ ਐਂਡ ਟੈਕਸਟ ਵਾਈਟ। ਦੈਨ ਟੈਗ ਦੇ ਲਿੰਕ ਲਗਾਉਣਾ, ਬੋਡੀ ਟੈਗ ਦੇ ਵਿੱਚ ਲਿੰਕ ਤੁਸੀਂ ਕਿਵੇਂ ਲਗਾ ਸਕਦੇ ਹੋ। ਲਿੰਕ ਟੈਗ ਕੀ ਕਰਦਾ ਹੈ, ਲਿੰਕ ਐਟਰੀਬਿਊਟ ਇੱਕ ਦਸਤਾਵੇਜ਼ ਦੇ ਵਿੱਚ ਅਨਵਿਜ਼ਿਟਡ ਲਿੰਕ ਦਾ ਰੰਗ ਨਿਰਧਾਰਿਤ ਕਰਦਾ ਹੈ। ਮਤਲਬ ਜਦੋਂ ਤੁਸੀਂ ਵੈਬ ਬਰਾਊਜ਼ਰ ਖੋਲਦੇ ਹੋ ਤੁਹਾਡੇ ਲਿੰਕ ਹੁੰਦੇ ਹਨ ਬਲੂ ਕਲਰ ਦੇ, ਯੂਜੂਅਲੀ ਬਲੂ ਕਲਰ ਦੇ ਹੁੰਦੇ ਹਨ। ਲਿੰਕ ਐਟਰੀਬਿਊਟ ਦਾ ਮੂਲ ਰੰਗ ਨੀਲਾ ਹੁੰਦਾ ਹੈ। ਬੋਡੀ ਟੈਗ ਵਿੱਚ ਟਾਈਪ ਕਰੋ ਲਿੰਕ ਇਜ਼ ਇਕੁਅਲ ਟੂ ਕੁਐਸਚਨ ਮਾਰਕ, ਜੋ ਕਿ ਕੁਐਸਚਨ ਦੀ ਥਾਂ ਰੰਗ ਜਾਂ ਰੰਗ ਦੇ ਕੋਡ ਨਾਲ ਅਨਵਿਜ਼ਿਟਡ ਟੈਗ ਲੱਗੇਗਾ। ਜੋ ਤੁਸੀਂ ਲਿੰਕ ਟੈਗ ਵਰਤੋਗੇ ਤਾਂ ਸਿੰਪਲ ਹੈ ਕੁਐਸਚਨ ਮਾਰਕ ਜਾਂ ਕੋਈ ਵੀ ਕਰੈਕਟਰ ਪਾ ਸਕਦੇ ਹੋ ਤੁਸੀਂ। ਉਹ ਜਦੋਂ ਤੁਸੀਂ ਵੈਬ ਬਰਾਊਜ਼ਰ ਦੇ ਵਿੱਚ ਦੇਖੋਗੇ ਬਲੂ ਕਲਰ ਦਾ ਸ਼ੋ ਕਰੇਗਾ। ਇਹ ਲਿੰਕ, ਇਹ ਐਟਰੀਬਿਊਟ ਐਕਟਿਵ ਲਿੰਕ ਦਾ ਰੰਗ ਬਦਲਦਾ ਹੈ। ਮਤਲਬ ਜਿਹੜਾ ਤੁਹਾਡਾ ਲਿੰਕ ਚੱਲ ਰਿਹਾ ਹੈ, ਜਦੋਂ ਤੁਸੀਂ ਕਲਿੱਕ ਕਰੋਗੇ ਪਹਿਲਾਂ ਬਲੂ ਕਲਰ ਦਾ ਸੀ, ਨੀਲੇ ਰੰਗ ਦਾ ਸੀਗਾ, ਫਿਰ ਉਸ ਦਾ ਰੰਗ ਚੇਂਜ ਹੋ ਜਾਏਗਾ। ਜ਼ਿਆਦਾਤਰ ਉਹ ਲਾਲ ਰੰਗ ਦਾ ਹੋ ਜਾਂਦਾ ਹੈ ਵੀ ਇਹ ਲਿੰਕ ਤੁਸੀਂ ਦੇਖ ਚੁੱਕੇ ਹੋ ਪਹਿਲਾਂ ਹੀ। ਵੇ ਲਿੰਕ ਐਟਰੀਬਿਊਟ ਵਿਜ਼ਿਟ ਕੀਤੇ ਜਾਣ ਤੋਂ ਬਾਅਦ ਲਿੰਕ ਦਾ ਰੰਗ ਨਿਰਧਾਰਿਤ ਕਰਦਾ ਹੈ। ਮੂਲ ਰੰਗ ਜਾਮਣੀ ਹੈ। ਟੈਗ ਬੋਡੀ ਟੈਗ ਕਿਸਮ ਵੀ ਲਿੰਕ ਦੁਆਰਾ ਨਿਸ਼ਚਿਤ ਕੀਤਾ ਜਾਂਦਾ ਹੈ। ਟੌਪ ਮਾਰਜਨ, ਲੈਫਟ ਮਾਰਜਨ ਤੁਹਾਡੇ ਪੇਜ ਦੀ ਮਾਰਜਨ, ਮਤਲਬ ਹਾਸ਼ੀਆ ਕਿੰਨਾ ਵੱਡਾ ਛੋਟਾ ਹੋਵੇ। HTML ਡਾਕੂਮੈਂਟਸ ਵਿੱਚ ਫਾਰਮੈਟਿੰਗ, ਹਾਂਜੀ
ਫਾਰਮੈਟਿੰਗ ਕੀ ਹੁੰਦੀ ਹੈ, ਤੁਸੀਂ ਆਪਦੇ ਟੈਕਸਟ ਨੂੰ ਕਿਵੇਂ ਚੇਂਜ ਕਰ ਸਕਦੇ ਹੋ। ਹੈਡਿੰਗ ਯੂਜੂਅਲੀ ਤੁਸੀਂ ਮਾਈਕਰੋਸੌਫਟ ਵਰਡ ਦੇ ਵਿੱਚ ਹੈਡਿੰਗ ਯੂਜ਼ ਕਰਦੇ ਹੋ। ਇਸੇ ਤਰ੍ਹਾਂ ਹੀ ਤੁਸੀਂ ਜਦੋਂ HTML ਦੇ ਵਿੱਚ ਹੈਡਿੰਗ ਦਰਸਾਉਣੀ ਹੈ ਤਾਂ ਤੁਸੀਂ H1 ਟੈਗ ਦੀ ਵਰਤੋਂ ਕਰਦੇ ਹੋ। ਇਹ ਪੇਅਰ ਟੈਗ ਹੈ, ਇਹ ਇਸ ਤਰ੍ਹਾਂ ਚੱਲੇਗਾ ਹੈਡਿੰਗ 1 2 3 4 5 6। ਉਸੇ ਤਰ੍ਹਾਂ ਹੀ ਹੈਡਿੰਗ ਦੇ ਸਾਈਜ਼ ਅਕੋਰਡਿੰਗਲੀ ਉਸ ਦਾ ਫੌਂਟ ਸਾਈਜ਼ ਵੀ ਘਟਦਾ ਜਾਏਗਾ। ਅਲਾਈਨਮੈਂਟ, ਅਲਾਈਨਮੈਂਟ ਇੱਕ ਹੋਰ ਐਟਰੀਬਿਊਟ ਹੈ ਜਿਸ ਵਿੱਚ ਤੁਸੀਂ ਅਲਾਈਨ ਦੱਸਦੇ ਹੋ ਵੀ ਤੁਹਾਡਾ ਟੈਕਸਟ ਰਾਈਟ ਸਾਈਡ ਤੇ ਹੋਵੇ, ਲੈਫਟ ਸਾਈਡ ਤੇ ਹੋਵੇ, ਸੈਂਟਰ ਦੇ ਵਿੱਚ ਹੋਵੇ, ਕਿਸ ਤਰ੍ਹਾਂ ਡਿਸਪਲੇ ਹੋਵੇ। ਫੌਂਟ, ਫੌਂਟ ਦਾ ਪਹਿਲਾਂ ਤੋਂ ਹੀ ਪਰਿਭਾਸ਼ਾ ਸਟਾਈਲ ਵਿੱਚ ਹੁੰਦਾ ਹੈ। ਜਿਵੇਂ ਮਾਈਕਰੋਸੌਫਟ ਵਰਡ ਦੇ ਵਿੱਚ ਤੁਸੀਂ ਜਦੋਂ ਫੌਂਟ ਯੂਜ਼ ਕਰਦੇ ਹੋ ਏਰੀਅਲ, ਕੈਂਬਰੀਆ, ਅਲੱਗ-ਅਲੱਗ, ਟਾਈਮਸ ਨਿਊ ਰੋਮਨ, ਇਹ ਸਾਰੇ ਉਸ ਨਾਲ ਫੇਸ ਮਤਲਬ ਤੁਹਾਡੇ ਅੱਖਰ ਦਿੱਖ ਵਿੱਚ ਕਿਹੋ ਜਿਹੇ ਹੋਣ, ਸਟਾਈਲ ਕਿਹੋ ਜਿਹਾ ਹੋਵੇ ਉਹਨਾਂ ਦਾ। ਉਸੇ ਤਰ੍ਹਾਂ ਹੀ ਤੁਸੀਂ ਫੌਂਟ ਫੇਸ ਯੂਜ਼ ਕਰਕੇ, ਫੌਂਟ ਟੈਗ ਤੇ ਉਸ ਦੇ ਵਿੱਚ ਐਟਰੀਬਿਊਟ ਫੇਸ ਯੂਜ਼ ਕਰਕੇ ਉਸ ਨੂੰ ਦੇ ਸਕਦੇ ਹੋ ਅਲੱਗ ਸਟਾਈਲ। ਜਿਵੇਂ ਕਿ ਇਸ ਦੇ ਵਿੱਚ ਮੈਂ ਟਾਈਮਸ ਨਿਊ ਰੋਮਨ ਦਿੱਤਾ ਹੈ, ਦੈਨ ਕਲਰ ਦਿੱਤਾ ਹੈ, ਉਸ ਦੇ ਵਿੱਚ ਮੈਂ ਫੌਂਟ ਦਾ ਐਟਰੀਬਿਊਟਸ ਯੂਜ਼ ਕਰ ਰਹੇ ਹਾਂ। ਇਸ ਦੇ ਵਿੱਚ ਕਲਰ ਕੋਡਿੰਗ ਆ ਦੇਖੋ, ਰੈਡ ਕਲਰ, ਬਲੂ ਕਲਰ, ਜਿਸ ਤਰ੍ਹਾਂ ਦਾ ਵੀ ਕਲਰ ਦੇਣਾ ਹੈ। ਫੌਂਟ ਸਾਈਜ਼ ਕਿੰਨਾ ਹੋਣਾ ਚਾਹੀਦਾ ਹੈ, ਆ ਅਲੱਗ-ਅਲੱਗ ਸਾਈਜ਼ ਦੇ ਵਿੱਚ ਪਰਿਭਾਸ਼ਿਤ ਕੀਤੇ ਹਨ। ਦੈਨ ਪੈਰਾਗ੍ਰਾਫ ਟੈਗ, ਤੁਸੀਂ ਬੁੱਕਸ ਖੋਲਦੇ ਹੋ, ਚੈਪਟਰ ਖੋਲਦੇ ਹੋ ਤਾਂ ਤੁਹਾਡੇ ਪੇਜ ਦੇ ਵਿੱਚ ਅਲੱਗ-ਅਲੱਗ ਪੈਰਾਗ੍ਰਾਫ ਬਣੇ ਹੁੰਦੇ ਹਨ। ਜਿਵੇਂ ਕਿ ਆ ਇੱਕ ਸਿੰਗਲ ਪੈਰਾਗ੍ਰਾਫ ਹੈ, ਇੱਥੋਂ ਸ਼ੁਰੂ ਹੁੰਦਾ ਇੱਥੇ ਖਤਮ ਹੁੰਦਾ ਹੈ। ਇਸੇ ਤਰ੍ਹਾਂ ਹੀ ਜਦੋਂ ਤੁਸੀਂ HTML ਦੇ ਵਿੱਚ ਪੈਰਾਗ੍ਰਾਫ ਦੇਣਾ ਹੈ, ਲਗਾਉਣਾ ਹੈ, ਤਾਂ ਤੁਸੀਂ P ਟੈਗ ਦਾ ਇਸਤੇਮਾਲ ਕਰ ਸਕਦੇ ਹੋ। ਇਹ ਕੰਟੇਨਰ ਟੈਗ ਹੈ। ਇਸ ਦੇ ਵਿੱਚ ਐਟਰੀਬਿਊਟ ਹੈ ਅਲਾਈਨ, ਮਤਲਬ ਕਿਸ ਤਰਫ ਹੋਣਾ ਚਾਹੀਦਾ ਹੈ ਸ਼ੁਰੂਆਤ, ਖੱਬੇ, ਸੱਜੇ ਜਾਂ ਸੈਂਟਰ। ਉਸੇ ਤਰ੍ਹਾਂ ਹੀ ਇਸ ਨੂੰ ਨੋਟਪੈਡ ਦੇ ਵਿੱਚ ਜਦੋਂ ਤੁਸੀਂ ਲਿਖੋਗੇ ਟੈਕਸਟ ਦੇ ਵਿਚਾਲੇ ਤੁਹਾਡਾ ਟੈਕਸਟ ਕਿਸ ਤਰ੍ਹਾਂ ਹੋਵੇ। ਆ ਦੇਖੋ, ਆ ਰਾਈਟ ਸਾਈਡ ਤੇ, ਆ ਲੈਫਟ ਸਾਈਡ ਤੇ ਅਲਾਈਨ ਹੈ, ਰਾਈਟ ਸਾਈਡ ਤੇ ਹੈ, ਦੇਨ ਸੈਂਟਰ ਦੇ ਵਿੱਚ। ਐਮਪਟੀ ਟੈਗ, ਹੁਣ ਐਮਪਟੀ ਟੈਗ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਇਹ ਖਾਲੀ ਟੈਗ ਸਿੰਗਲ ਟੈਗ ਹੁੰਦੇ ਹਨ। ਬ੍ਰੇਕ, ਤੁਸੀਂ ਲਾਈਨ ਲਿਖਣਾ ਚਾਹੁੰਦੇ ਹੋ, ਲਾਈਨ ਲਿਖਦੇ ਲਿਖਦੇ ਤੁਸੀਂ ਕਹਿੰਦੇ ਹੋ ਕਿ ਆਹ ਲਾਈਨ ਨੈਕਸਟ ਲਾਈਨ ਦੇ ਵਿੱਚ ਆਟੋਮੈਟਿਕਲੀ ਚਲੀ ਜਾਵੇ, ਦੈਨ ਤੁਸੀਂ ਵਿੱਚ ਉਸੇ BR ਟੈਗ ਪਾਓਗੇ। BR ਟੈਗ ਦੇ ਨਾਲ ਜਿਹੜੀ ਟੈਗ ਜਿੱਥੇ ਤੁਸੀਂ BR ਪਾਤਾ ਉਹ ਲਾਈਨ ਉੱਥੋਂ ਹੀ ਵੱਖਰੀ ਹੋ ਕੇ ਨੈਕਸਟ ਦੇ ਵਿੱਚ ਚਲੀ ਜਾਵੇਗੀ। ਪੈਰਾਗ੍ਰਾਫ ਐਂਡ BR ਟੈਗ ਦੇ ਵਿਚਾਲੇ ਅੰਤਰ ਕੀ ਹੈ। ਪੈਰਾਗ੍ਰਾਫ ਟੈਗ, ਇਹ ਟੈਗ ਕੰਟੇਨਰ ਟੈਗ ਹਨ ਜਿਨ੍ਹਾਂ ਵਿੱਚ ਅਲੱਗ-ਅਲੱਗ ਐਲੀਮੈਂਟਸ ਜਾਂ ਤੱਤ ਪਾਸ ਕੀਤੇ ਜਾ ਸਕਦੇ ਹਨ। BR ਟੈਗ ਇੱਕ ਐਮਪਟੀ ਟੈਗ ਹੈ ਜੋ ਕਿ ਆਪਣੇ ਆਪ ਨਾਲ ਲਾਈਨ ਬ੍ਰੇਕ ਕਰ ਦਿੰਦਾ ਹੈ। ਇਹ ਪੈਰਾਗ੍ਰਾਫ ਨੂੰ ਪਰਿਭਾਸ਼ਿਤ ਕਰਦੇ ਹਨ। ਇਹ ਕੇਵਲ ਕਿਸੇ ਵੀ ਲਾਈਨ ਨੂੰ ਸਪੇਸ ਜਾਂ ਅਗਲੀ ਲਾਈਨ ਦੇ ਵਿੱਚ ਲਿਖਣ ਨਾਲ ਯੂਜ਼ ਕੀਤੇ ਜਾਂਦੇ ਹਨ। HR ਟੈਗ, HR ਟੈਗ ਨੂੰ ਵੈਬ ਪੇਜ ਤੇ ਲੇਟਵੀਆਂ ਰੇਖਾਵਾਂ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਲੇਟਵੀਆਂ ਰੇਖਾਵਾਂ ਹੌਰੀਜ਼ੌਂਟਲ, ਉਸ ਦਾ ਆਕਾਰ, ਸਾਈਜ਼ ਕਿੰਨਾ ਹੋਣਾ ਚਾਹੀਦਾ ਹੈ, ਵਿਡਥ, ਅਲਾਈਨਮੈਂਟ, ਕਿਸ ਤਰ੍ਹਾਂ ਦਾ ਅਲਾਈਨਮੈਂਟ ਹੋਣਾ ਤੇ ਕਿਸ ਰੰਗ ਦਾ ਹੋਣਾ ਚਾਹੀਦਾ ਹੈ। ਲਾਈਕ ਹੇਅਰ 1 2 3 4 5 ਇਹ HR ਟੈਗ ਨਾਲ ਦੱਸਿਆ ਗਿਆ ਹੈ। ਔਰ HR ਟੈਗ ਦੇ ਵਿੱਚ ਉਸ ਦਾ ਰੰਗ, ਆ ਦੇਖੋ, ਉਸ ਦਾ ਸਾਈਜ਼, ਪਹਿਲਾਂ ਉਸ ਨੂੰ ਸੈਂਟਰ ਅਲਾਈਨ ਕੀਤਾ ਗਿਆ ਹੈ, ਫਿਰ ਉਸਦੀ ਵਿਡਥ, ਉਸ ਦੀ ਮੋਟਾਈ ਕਿੰਨੀ ਹੈ, ਦੈਨ ਉਸ ਦਾ ਕਲਰ ਕਿਹੋ ਜਿਹਾ ਹੋਣਾ ਚਾਹੀਦਾ ਹੈ, ਤੇ ਉਸ ਦੇ ਵਿੱਚ ਲਿਖਿਆ ਹੋਇਆ ਟੈਕਸਟ ਅਲੱਗ-ਅਲੱਗ ਵੀ ਦਿਖੇ। ਹੈਡਿੰਗ ਦੇ ਵਿੱਚ HR ਟੈਗ ਲੱਗੇ ਹੋਏ ਨੇ, ਹੈਡਿੰਗ ਟੈਗ H1 H2। ਲਿਸਟਾਂ, ਜਦੋਂ ਤੁਸੀਂ ਕੋਈ ਵੀ ਲਿਸਟ ਬਣਾਉਣੀ ਹੈ 1 2 3 4 ਸੀਕੁਐਂਸ ਦੇ ਵਿੱਚ ਜਾਂ ਅਨਆਰਡਰਡ ਲਿਸਟ ਜਿਸ ਦਾ ਕੋਈ ਸੀਕੁਐਂਸ ਨਾ ਹੋਵੇ ਫਿਰ ਵੀ ਤੁਹਾਨੂੰ ਬੋਲਡ ਦੇ ਵਿੱਚ ਦਿਖੇ, ਤਿੰਨ ਤਰੀਕੇ ਨਾਲ ਐਕਸਪਲੇਨ ਕਰ ਸਕਦੇ ਹਾਂ। ਆਰਡਰਡ ਔਰ ਨੰਬਰ ਲਿਸਟ, ABC ਜਾਂ 1 2 3, ਅਨਆਰਡਰਡ ਜਾਂ ਬੁਲੇਟਡ ਲਿਸਟ, ਸਰ ਮੂਰੇ ਪੁਆਇੰਟਸ ਲੱਗੇ ਹੋਣ, ਦੈਨ ਡੈਫੀਨੇਸ਼ਨ ਲਿਸਟ। ਆਰਡਰਡ ਲਿਸਟ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਪੇਅਰਡ ਦੇ ਵਿੱਚ ਹੈ, ਇਸ ਨੂੰ ਆਰਡਰਡ ਲਿਸਟ ਜਾਂ ਨੰਬਰ ਲਿਸਟ ਦੇ ਤੌਰ ਤੇ ਵਰਤਿਆ ਜਾਂਦਾ ਹੈ। ਇੱਕ ਵਿਸ਼ੇਸ਼ ਜਾਂ ਲੜੀਵਾਰ ਕ੍ਰਮ ਵਿੱਚ ਇੱਕ ਸੂਚੀ ਨੂੰ ਪਰਿਭਾਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ ਜਿਸ ਵਿੱਚ ਨੰਬਰ ਵਰਤੇ ਜਾਂਦੇ ਹਨ। ਆਰਡਰਡ ਸੂਚੀ ਲਈ ਵਰਤਿਆ ਜਾਣ ਵਾਲਾ ਬੁਨਿਆਦੀ ਟੈਗ OL ਟੈਗ ਅਤੇ ਸੂਚੀ ਦੇ ਅੰਤ ਲਈ \OL ਟੈਗ ਹੈ, ਮਤਲਬ ਪੇਅਰ ਟੈਗ ਹੈ। ਇਸ ਦੀ ਐਗਜ਼ਾਮਪਲ ਦੇਖੋ, OL
टाइप इज इक्वल टू आई, मतलब रोमन नंबर आई तो स्टार्ट होवे, जिसनों आपां 1 कह दिंदे आ, इस दी टाइप है। जे ओ एल स्टार्ट 5 या टाइप इज इक्वल टू छोटी आई पाती तो इस तरह चलणगे। देखो आ ऑर्डर्ड लिस्ट है, किस तो स्टार्ट होया है, टाइप 1 दिख रहा थानू 1 2 3 रोमन नंबर्स दे विच, दैन टाइप 2 दे विच 5 तो स्टार्ट किया गया है। सिंपली तुसी इस तरह ना यूज़ कर सकते हो। HTML इज़ अ वेरी सिंपल लैंग्वेज, बहुत सिंपल लैंग्वेज है। एक कंप्यूटर वैब पेज बनाने दे विच बहुत आसानी नाल यूज़र नू हेल्प करती है। अनऑर्डर्ड लिस्ट इस तरह नाल नंबरिंग नहीं होवेगी, बट फिर भी तुहानू अलग अलग पॉइंट नज़र आ रहे हैं। लिस्ट आइटम सर्कल स्क्वायर, डेफिनेशन डिस्क सर्कल एंड स्क्वायर, सर्कल डिस्क सॉरी डिस्क सर्कल एंड स्क्वायर। हुण इन्हां दे विचाले फर्क की है? ऑर्डर्ड लिस्ट दे विच नंबर हुंदे हन, अनऑर्डर्ड दे विच नंबर नहीं हुंदे, सिर्फ सूची हुंदी है। ऑर्डर्ड लिस्ट नाल शुरू हुंदी है ते ओहदे नाल खत्म हुंदी है। अनऑर्डर्ड लिस्ट UL नाल शुरू हुंदी है ते UI नाल खत्म हुंदी है, UL नाल सॉरी। अनऑर्डर्ड लिस्ट कंटेनर टैग है। अपर केसेस की यूज हुंदे हन, ABCI किसी भी तरह का उदाहरण यूज करता है। इन्हां दे विच सिर्फ सर्कल स्क्वायर या डिस्क ही यूज की जाती है। डेफिनेशन लिस्ट, डेफिनेशन किसी नूं खास एक डेफिनेशन देनी इस तरह ना, सेंटर आ डेफिनेशन है इस चीज की। देन नेस्टेड लिस्ट, नेस्टेड लिस्ट दे विच तुसीं पहला ऑर्डर लिस्ट स्टार्ट कर ली, फिर एक छोटी ऑर्डर लिस्ट स्टार्ट कर ली, या तुसीं अनऑर्डर लिस्ट ऑर्डर दे विच अनऑर्डर लिस्ट भी स्टार्ट कर सकते हो अलग अलग तरीके नाल। उसनूं नेस्टेड कहंदे आ, एक दे अंदर एक। इमेजेस, तुसीं अपने वैब ब्राउज़र ते इमेज किवें वर सकते हो, फोटो पहला भी आपां यूज़ कीती है। यह बैकग्राउंड दे विच इमेज दे विच तुसीं सोर्स यूज़ करोगे, SRC सोर्स फाइल। वो सोर्स फाइल कित्थे पई है उसका पूरा एड्रैस लिखोगे, या जे सेम फोल्डर दे विच जिथे तुसीं फाइल सेव की है सिर्फ तुसीं फाइल का नेम दे सकते हो। आ देखो इमेज सोर्स इज इक्वल टू फाइल नेम, ये इसका सिंटैक्स है। ऑल्ट का अर्थ है ऑल्टरनेट टेक्स्ट। कई बार की हुंदा है तुसी वैब ब्राउज़र खोलते देखना चाहते हो ये इमेज है किस चीज़ की, तुहानू नहीं पता हुंदा, तुसी उसदे उत्ते माउस घुमाउंदे हो तो एक टैक्स्ट लिखिया होंदा है कि आ इमेज इस चीज़ की है, उसनू ऑल्ट टैक्स्ट कहते हैं। वो किस कलर का होना चाहिए है, कित्थे होवेगा, ये तुसी इस तरह दस सकते हो। इमेज सोर्स ऑल्ट ब्यूटीफुल पिक्चर शोन, जो तुसी माउस लेके जाओगे तो इतने ब्यूटीफुल पिक्चर शोन, उसकी विड्थ हाइट वगैरह कितनी होनी चाहिए है इमेज की, इमेज का साइज पेपर ते इन्ना बड़ा होना चाहिए या फुल विंडो की होनी चाहिए है, वो इस नाल दस सकते हो। दिस इज एन एग्जाम्पल। अलाइन मतलब वो किस तरह खब्बे सज्जे लगी होनी चाहिए है। टेबल्स, जिवें आपां माइक्रोसॉफ्ट एक्सेल या वर्ड दे विच टेबल भी बनाउंदे हां, उस तरह HTML दे विच या तुसीं वैब पेजां दे विच भी टेबल देखे होणगे। टेबल बनाउण दे लई आपां टेबल टैग दी वरतों करदे हां, उस दे विच उस दे एट्रीब्यूट्स टेबल रो ते टेबल डाटा यूज़ करके उसनूं उसे तरह एक्सप्लेन कर सकते हैं जिवें कि आपां बॉडी दे नॉर्मल टैग यूज़ करते हां। टेबल डाटा, आ देखो टेबल बॉडी दे अंदर, बॉडी स्टार्ट हुई उसके अंदर टेबल मैं स्टार्ट करता, टेबल रो, मेरी पहली रो दे विच टेबल हेडिंग होनी चाहिए है, इना टेबल हेडिंग खत्म, सैकेंड एंड थर्ड पहली दूजी तीजी, इस तो बाद मैं TR टैग खत्म कर देता, मतलब मेरी एक रो खत्म होगी। इस तरह ही मेरे टेबल की एक रो खत्म हो जाएगी। सैकेंड रो दे विच मैं उस तरह टेबल डाटा की आना चाहिए है। देखो टेबल हैडिंग दे विच ऑटोमैटिकली तो आडा आउटपुट डार्क हो जाएगी, गूढ़ी हो जाएगी, टेबल डाटा दे विच वो नॉर्मल दिखेगी। बॉर्डर,
ਟੇਬਲ ਦੇ ਬਾਰਡਰ ਲਗਾਉਣੇ, ਉਸ ਨੂੰ ਅਲਾਈਨਮੈਂਟ ਦੇਣੀ, ਉਸ ਨੂੰ ਕਲਰ ਦੇਣਾ, ਟੇਬਲ ਦੇ ਅਲੱਗ-ਅਲੱਗ ਚੀਜ਼ਾਂ ਨੂੰ ਯੂਜ਼ ਕਰਨਾ। ਦੇਖੋ ਟੇਬਲ ਦੇ ਵਿੱਚ ਹੈਡਿੰਗ ਦਿੱਤੀ ਹੈ ਨਾਰਮਲ, ਹੁਣ ਇਸ ਦੇ ਆਲੇ ਦੁਆਲੇ ਟੇਬਲ ਦੇ ਐਟਰੀਬਿਊਟ ਚੇਂਜ ਕੀਤਾ। ਬਾਰਡਰ 2 ਸਾਈਜ਼ 2 ਹੋਣਾ ਚਾਹੀਦਾ ਹੈ, ਮੋਟਾਈ ਉਹਦੀ। ਬਾਰਡਰ ਕਲਰ ਲਾਲ ਰੰਗ ਦਾ ਹੋਣਾ ਚਾਹੀਦਾ ਹੈ। ਦੈਨ ਬਾਰਡਰ BG ਕਲਰ, ਬੈਕਗ੍ਰਾਉਂਡ ਕਲਰ ਗ੍ਰੀਨ। ਬਾਰਡਰ ਦਾ ਟੇਬਲ ਦਾ ਅਲਾਈਨਮੈਂਟ ਕਿੱਥੇ ਹੋਣੀ ਚਾਹੀਦੀ ਹੈ? ਰਾਈਟ। ਦੈਨ ਵਿਡਥ ਉਹਨਾਂ ਦੇ ਅੱਖਰਾਂ 50% ਹੋਣੀ ਚਾਹੀਦੀ ਹੈ। ਸੇਮ ਸੈਲ ਸਪੇਸਿੰਗ, ਮਤਲਬ ਤੁਹਾਡੇ ਇਸ ਦੀ ਸਪੇਸ ਕਿੰਨੀ ਹੋਣੀ ਚਾਹੀਦੀ ਹੈ, ਉਸ ਨੂੰ ਸੈਲ ਸਪੇਸਿੰਗ ਕਿਹਾ ਜਾਂਦਾ ਹੈ। ਬਾਰਡਰ ਇਜ਼ ਇਕੁਅਲ ਟੂ 2, ਸੈਲ ਸਪੇਸਿੰਗ 12। ਦੇਖੋ ਇਸ ਦੇ ਵਿੱਚ ਦੱਸਿਆ ਗਿਆ ਹੈ ਆਹ ਟੇਬਲ ਹੈ, ਹੁਣ 2 ਸੈੱਲ ਦੇ ਵਿਚਾਲੇ ਕਿੰਨੀ ਸਪੇਸ ਹੈ, ਆਹ ਵਾਲੀ, ਇਸ ਨੂੰ ਸੈੱਲ ਸਪੇਸਿੰਗ ਕਿਹਾ ਜਾਂਦਾ ਹੈ। ਇਹ 10 ਦਿੱਤੀ ਗਈ ਹੈ ਤਾਂ 10 ਦੀ ਸਪੇਸ ਹੈ। ਜਿਵੇਂ ਜਿਵੇਂ ਤੁਸੀਂ ਇਨਕਰੀਜ਼ ਕਰਦੇ ਜਾਓਗੇ ਸੈੱਲ ਦੀ ਸਪੇਸਿੰਗ ਓਨੀ ਵੱਧਦੀ ਜਾਏਗੀ। ਸੈੱਲ ਪੈਡਿੰਗ, ਸੈੱਲ ਦੀ ਮੋਟਾਈ। ਆਹ ਆਊਟਪੁੱਟ ਦੇਖੋ ਬਾਰਡਰ ਦੇ ਵਿੱਚ ਨਜ਼ਰ ਆ ਰਿਹਾ ਹੋਗਾ। ਸੈੱਲ ਸਪੇਸਿੰਗ ਤਾਂ ਹੈਗੀ ਉਹਦੀ ਪੈਡਿੰਗ ਵੀ, ਮਤਲਬ ਉਹਦੀ ਮੋਟਾਈ ਵੀ ਨਜ਼ਰ ਆ ਰਹੀ ਹੈ, ਜਿਵੇਂ ਕਿ ਇਹਦੇ ਵਿੱਚ ਨਹੀਂ ਨਜ਼ਰ ਆ ਰਹੀ। ਸੈੱਲ ਸਪੇਸਿੰਗ ਤੇ ਸੈੱਲ ਪੈਡਿੰਗ ਦੇ ਵਿੱਚ ਕੀ ਫਰਕ ਹੈ? ਵੈਰੀ ਇੰਪੋਰਟੈਂਟ ਕੁਐਸਚਨ। ਸੈੱਲ ਸਪੇਸਿੰਗ ਟੇਬਲ ਟੈਗਸ ਦਾ ਐਟਰੀਬਿਊਟ ਹੈ, ਸੈੱਲ ਪੈਡਿੰਗ ਟੇਬਲ ਟੈਗ ਦਾ ਹੀ ਐਟਰੀਬਿਊਟ ਹੈ, ਪਰ ਇਸ ਦਾ ਚੱਲਣ ਦਾ ਤਰੀਕਾ, ਜਿਵੇਂ ਕਿ ਸੈੱਲ ਸਪੇਸਿੰਗ ਸੈੱਲ ਦੇ ਵਿਚਕਾਰ ਪਿਕਸਲ ਦੇ ਵਿੱਚ ਸਪੇਸ ਕਰਦੀ ਹੈ, ਇਹ ਪਿਕਸਲ ਦੇ ਸਪੇਸ ਨੂੰ ਨਿਰਧਾਰਿਤ ਕਰਦੀ ਹੈ ਵੀ ਸਪੇਸ ਹੈ ਕਿੰਨੀ ਤੇ ਉਸ ਨੂੰ ਡਿਸਪਲੇ ਕਿਵੇਂ ਕਰਨਾ ਹੈ। ਕਾਲ ਸਪੈਨ ਐਂਡ ਰੋ ਸਪੈਨ, ਕਾਲਮ ਅਤੇ ਰੋ ਉਹਨਾਂ ਦੇ ਵਿਚਾਲੇ ਕਿੰਨਾ ਫਰਕ ਹੋਣਾ ਚਾਹੀਦਾ ਹੈ, ਉਹਨਾਂ ਦੇ ਵਿਚਾਲੇ ਕਿੰਨੀ ਸਪੇਸ ਹੋਣੀ ਚਾਹੀਦੀ ਹੈ, ਬਾਰਡਰ ਕਿੰਨਾ ਹੋਣਾ ਚਾਹੀਦਾ ਹੈ। ਆਹ ਦੇਖੋ ਆਊਟਪੁੱਟ, ਬਹੁਤ ਹੀ ਸਿੰਪਲ ਪ੍ਰੋਗਰਾਮ ਹੈ, ਇਸ ਨੂੰ ਬਣਾਓ। ਐਂਡ ਇਫ ਯੂ ਹੈਵ ਐਨੀ ਕੁਐਸਚਨਸ ਪੁੱਛੋ। ਕਾਲ ਸਪੈਨ ਤੇ ਰੋ ਸਪੈਨ ਦੇ ਵਿਚਾਲੇ ਕੀ ਫਰਕ ਹੈ? ਕਈ ਵਾਰ ਸਾਨੂੰ ਕਾਲਮ ਇਕੱਠੇ ਕਰਨ ਦੀ ਜ਼ਰੂਰਤ ਪੈਂਦੀ ਹੈ, ਕਈ ਵਾਰੀ ਰੋਜ਼। ਇਹ ਡਿਪੈਂਡ ਕਰਦਾ ਹੈ ਯੂਜ਼ਰ ਕਿਸ ਤਰ੍ਹਾਂ ਦਾ ਟੇਬਲ ਬਣਾ ਰਿਹਾ ਹੈ, ਉਸੇ ਤਰ੍ਹਾਂ ਉਸ ਨੂੰ ਕਾਲ ਸਪੈਨ ਤੇ ਰੋ ਸਪੈਨ ਨਾਲ ਵਰਤਿਆ ਜਾਂਦਾ ਹੈ। ਕਾਲ ਸਪੈਨ ਐਟਰੀਬਿਊਟ ਦੀ ਵਰਤੋਂ ਟੇਬਲ ਹੈਡਿੰਗ, ਟੇਬਲ ਡਾਟਾ ਟੈਗ ਵਿੱਚ ਕੀਤੀ ਜਾਂਦੀ ਹੈ। ਰੋ ਸਪੈਨ ਦੇ ਟੇਬਲ ਐਲੀਮੈਂਟਸ ਅਤੇ ਐਟਰੀਬਿਊਟਸ ਹਨ, ਇਹ ਟੇਬਲ ਦੇ ਐਟਰੀਬਿਊਟਸ ਐਂਡ ਐਲੀਮੈਂਟਸ ਹਨ ਦੋਨੇ। ਦੇਖੋ ਵੈਰੀ ਸਿੰਪਲ ਐਗਜ਼ਾਮਪਲ, ਤੁਸੀਂ ਟੇਬਲ ਦੇ ਬੈਕਗਰਾਉਂਡ ਦੇ ਵਿੱਚ ਇੱਕ ਇਮੇਜ ਵੀ ਲਗਾ ਸਕਦੇ ਹੋ। ਸਿੰਪਲ ਬੈਕਗਰਾਉਂਡ, ਇਮੇਜ ਦਾ ਸੋਰਸ ਐਂਡ ਉਹਦਾ ਬਾਰਡਰ ਕਿੰਨਾ ਹੋਣਾ ਚਾਹੀਦਾ ਹੈ, ਕਲਰ ਦੀ ਬਜਾਏ ਅਲੱਗ-ਅਲੱਗ ਚੀਜ਼ਾਂ ਨਾਲ ਚੇਂਜ ਕਰ ਸਕਦੇ ਹੋ। ਇਸੇ ਨਾਲ ਹੀ ਤੁਹਾਡਾ ਇਹ ਚੈਪਟਰ ਖਤਮ ਹੁੰਦਾ ਹੈ। ਜੇ ਕੋਈ ਕੁਐਸਚਨ ਹੋਵੇ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ। ਧੰਨਵਾਦ।